परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी, धन धन भगत जयदेव जी, जिन्हां दी असीं काल कथा सरवण कर रहे सी। कल दी कथा है जिथे असीं पहुंचे सी, इस तरह है कि जयदेव जी गीत गोबिंद के लिख रहे सी ते जयदेव जी ने अपनी पत्नी नूं कहा, पद्मा मैं इशनान करन जांदा हाँ, पर एक गीत बना रहा हाँ, पर उसका अंतला चरण ठीक नहीं जुड़दा। ते ऐना कह के जयदेव जी इशनान करन चले गए ते कुछ ही देर मगरों जयदेव दा रूप धार के भगवान कृष्ण जी आ गए ते कहन लगे, पद्मा जरा गीत गोबिंद के लिया दई। ते पद्मावती ने हैरान हो के पूछया कि आप ते इशनान करन गए सी ना, राह विचों ही मुड़ के किवें आ गए हो। छल स्वरूपी श्री कृष्ण जी ने कहा, राह विच ही अंतला पद याद आ गया है, इसे करके मुड़ आया हाँ। पद्मावती ने पुस्तक अते कलम दवार लिया दिती ते जयदेव रूपधारी भगवान ने यानी कृष्ण भगवान जी ने वो गीत गोबिंद के पूरन किते। ਇਹ ਕਵਿਤਾ ਲਿਖ ਕੇ ਕਵਿਤਾ ਦੀ ਪੂਰਤੀ ਕਰ ਦਿੱਤੀ। ਇਸ ਦੇ ਮਗਰੋਂ ਪਦਮਾਵਤੀ ਪਾਸੋਂ ਜਲ ਮੰਗਵਾ ਕੇ ਇਸ਼ਨਾਨ ਕੀਤਾ ਅਤੇ ਪੂਜਾ ਆਦਿਕ ਤੋਂ ਫੁਰਸਤ ਪਾ ਕੇ ਭਗਵਾਨ ਨੂੰ ਭੇਟ ਕੀਤਾ ਹੋਇਆ ਪਦਮਾਵਤੀ ਦੇ ਹੱਥਾਂ ਦਾ ਬਣਿਆ ਹੋਇਆ ਭੋਜਨ ਛਕ ਕੇ ਪਲੰਗ ਉੱਤੇ ਲੇਟ ਗਏ। ਪਦਮਾਵਤੀ ਪੱਤਲ ਉੱਤੇ ਬਚਿਆ ਹੋਇਆ ਪ੍ਰਸ਼ਾਦ ਛਕਣ ਲੱਗੀ। ਐਨੇ ਵਿੱਚ ਹੀ ਜੈਦੇਵ ਜੀ ਇਸ਼ਨਾਨ ਕਰਕੇ ਮੁੜ ਆਏ। ਪਤੀ ਨੂੰ ਇਸ ਤਰ੍ਹਾਂ ਆਉਂਦਿਆਂ ਵੇਖ ਕੇ ਪਦਮਾਵਤੀ ਸਹਿਮ ਗਈ ਅਤੇ ਜੈਦੇਵ ਜੀ ਵੀ ਪਤਨੀ ਨੂੰ ਭੋਜਨ ਛਕਦਿਆਂ ਵੇਖ ਕੇ ਹੈਰਾਨ ਹੋ ਗਏ। ਜੈਦੇਵ ਨੇ ਕਿਹਾ, ਪਦਮਾ ਇਹ ਕੀ, ਅੱਜ ਤੂੰ ਸ਼੍ਰੀ ਭਗਵਾਨ ਜੀ ਨੂੰ ਭੋਗ ਲਗਾ ਕੇ ਮੈਨੂੰ ਭੋਜਨ ਛਕਾਏ ਤੋਂ ਬਿਨਾਂ ਹੀ ਕਿਵੇਂ ਛਕ ਰਹੀ ਹੈ? ਤੇਰਾ ਅਜਿਹਾ ਵਰਤਾਓ ਤਾਂ ਮੈਂ ਕਦੀ ਵੇਖਿਆ ਹੀ ਨਹੀਂ। ਪਦਮਾਵਤੀ ਨੇ ਕਿਹਾ, ਆਪ ਇਹ ਕੀ ਕਹਿ ਰਹੇ ਹੋ? ਆਪ ਕਵਿਤਾ ਦਾ ਰਹਿੰਦਾ ਹਿੱਸਾ ਲਿਖਣ ਦੇ ਵਾਸਤੇ ਰਾਹ ਵਿੱਚ ਹੀ ਮੁੜ ਆਏ ਸੀ, ਰਾਹ ਵਿੱਚੋਂ ਹੀ ਮੁੜ ਆਏ ਸੀ। ਕਵਿਤਾ ਦੀ ਪੂਰਤੀ ਕਰਨ ਮਗਰੋਂ ਆਪ ਹੁਣੇ ਇਸ਼ਨਾਨ ਪੂਜਨ ਤੇ ਭੋਜਨ ਕਰਕੇ ਪਲੰਗ ਉੱਤੇ ਲੇਟੇ ਸੀ। ਐਨੇ ਹੀ ਚਿਰ ਵਿੱਚ ਮੈਂ ਆਪ ਨੂੰ ਨਹਾ ਕੇ ਆਉਂਦਾ ਵੇਖ ਰਹੀ ਹਾਂ। ਜੈਦੇਵ ਜੀ ਨੇ ਜਾ ਕੇ ਵੇਖਿਆ, ਪਲੰਗ ਉੱਤੇ ਲੇਟਿਆ ਹੋਇਆ ਕੋਈ ਨਜ਼ਰ ਹੀ ਨਾ ਆਇਆ। ਉਹ ਸਮਝ ਗਏ ਕਿ ਅੱਜ ਜ਼ਰੂਰ ਹੀ ਇਹ ਭਗਤ ਵਛਲ ਦੀ ਕਿਰਪਾ ਹੋਈ ਹੈ। ਫਿਰ ਕਿਹਾ, ਅੱਛਾ ਪਦਮਾ ਲਿਆ ਖਾਂ, ਵੇਖੀਏ ਕਵਿਤਾ ਦੀ ਪੂਰਤੀ ਕਿਵੇਂ ਦੀ ਹੋਈ ਹੈ। ਪਦਮਾਵਤੀ ਪੁਸਤਕ ਲੈ ਆਈ। ਜੈਦੇਵ ਜੀ ਨੇ ਵੇਖ ਕੇ ਮਨ ਹੀ ਮਨ ਵਿੱਚ ਕਿਹਾ, ਇਹੋ ਤਾਂ ਮੇਰੇ ਮਨ ਵਿੱਚ ਆਇਆ ਸੀ, ਪਰ ਮੈਂ ਡਰਦਾ ਮਾਰਿਆ ਲਿਖ ਨਹੀਂ ਸਕਦਾ ਸਾਂ। ਫਿਰ ਉਹ ਦੋਵੇਂ ਹੱਥ ਚੁੱਕ ਕੇ ਭੂਬਾ ਮਾਰ ਕੇ ਰੋਂਦੇ ਹੋਏ ਕਹਿਣ ਲੱਗੇ, ਹੇ ਕ੍ਰਿਸ਼ਨ, ਹੇ ਨੰਦ ਨੰਦਨ, ਹੇ ਰਾਧਾ ਵੱਲਭ, ਹੇ ਬ੍ਰਿਜ ਮੋਹਨ, ਹੇ ਗੋਕੁਲ ਰਤਨ, ਹੇ ਕਰੁਣਾ ਸਿੰਧੂ, ਹੇ ਗੋਪਾਲ, ਹੇ ਪ੍ਰਾਣ ਪਿਆਰੇ, ਅੱਜ ਕਿਸ ਅਪਰਾਧ ਕਰਕੇ ਇਸ ਦਾਸ ਦਾ ਤਿਆਗ ਕਰਕੇ ਆਪਨੇ ਕੇਵਲ ਪਦਮਾ ਦਾ ਮਨੋਰਥ ਪੂਰਨ ਕੀਤਾ ਹੈ। ਇੰਨਾ ਕਹਿ ਕੇ ਜੈਦੇਵ ਜੀ ਪਦਮਾ ਦੀ ਪੱਤਲ ਤੋਂ ਸ਼੍ਰੀ ਹਰੀ ਜੀ ਦਾ ਸੀਤ ਪ੍ਰਸਾਦ ਚੁੱਕ ਕੇ ਖਾਣ ਲੱਗੇ। ਪਦਮਾਵਤੀ ਨੇ ਕਿੰਨੀ ਹੀ ਵੇਰੀ ਮਨਾ ਕਰਕੇ ਅਤੇ ਰੋਕ ਕੇ ਕਿਹਾ, ਨਾਥ ਆਪ ਮੇਰਾ ਜੂਠਾ ਕਿਉਂ ਖਾਂਦੇ ਹੋ? ਪਰ ਪ੍ਰਭੂ ਪ੍ਰਸਾਦ ਦੇ ਲੋਭੀ ਭਗਤ ਜੈਦੇਵ ਜੀ ਨੇ ਉਸ ਦੀ ਇੱਕ ਵੀ ਨਾ ਸੁਣੀ। ਇਸ ਵਾਰਦਾਤ ਦੇ ਮਗਰੋਂ ਉਹਨਾਂ ਨੇ ਗੀਤ ਗੋਬਿੰਦ ਨੂੰ ਛੇਤੀ ਹੀ ਪੂਰਾ ਕਰ ਦਿੱਤਾ। ਭਗਤ ਜੈਦੇਵ ਜੀ ਨੇ ਇਸ ਪ੍ਰਸੰਗ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਲਿਖਿਆ ਹੈ, ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਬਿੰਦ ਸਹਜ ਧੁਨ ਗਾਵੈ, ਲੀਲਾ ਚਲਿਤ ਵਖਾਣ ਦਾ, ਅੰਤਰ ਜਾਮੀ ਠਾਕੁਰ ਭਾਵੈ। ਆਦਿ ਗੀਤ ਗੋਬਿੰਦ ਬਣ ਕੇ ਪੂਰਾ ਹੋ ਗਿਆ।
ਅਤੇ ਪ੍ਰਭੂ ਦੀ ਕਿਰਪਾ ਦਾ ਪਾਤਰ ਜਾਣ ਕੇ ਸਾਰੇ ਉਸ ਨੂੰ ਪੜ੍ਹਨ ਸੁਣਨ ਲੱਗੇ। ਤਦ ਉਸ ਨੂੰ ਵੇਖ ਕੇ ਸ਼੍ਰੀ ਜਗਨਨਾਥ ਧਾਮ ਦਾ ਰਾਜਾ ਜੋ ਪੰਡਿਤ ਸੀ, ਸੋ ਉਸ ਨੇ ਵੀ ਇਹੀ ਗੀਤ ਗੋਬਿੰਦ ਨਾਮ ਰੱਖ ਕੇ ਇੱਕ ਹੋਰ ਸੁਖਦਾਈ ਪੁਸਤਕ ਬਣਾਈ ਅਤੇ ਪੰਡਤ ਬ੍ਰਾਹਮਣਾਂ ਨੂੰ ਬੁਲਾ ਕੇ ਪੁਸਤਕ ਵਿਖਾ ਕੇ ਕਿਹਾ ਕਿ ਇਹ ਉਹੀ ਗੀਤ ਗੋਬਿੰਦ ਹੈ, ਇਸ ਨੂੰ ਲਿਖ ਕੇ ਪੜ੍ਹੋ ਅਤੇ ਦੇਸਾਂ ਪ੍ਰਦੇਸਾਂ ਵਿੱਚ ਪ੍ਰਸਿੱਧ ਕਰੋ ਅਤੇ ਪ੍ਰਚਾਰੋ। ਇਹ ਸੁਣ ਕੇ ਪੰਡਤਾਂ ਨੇ ਸ਼੍ਰੀ ਜੈਦੇਵ ਜੀ ਦਾ ਗੀਤ ਗੋਬਿੰਦ ਰਾਜੇ ਨੂੰ ਵਿਖਾ ਕੇ ਅਤੇ ਮੁਸਕਰਾ ਕੇ ਉੱਤਰ ਦਿੱਤਾ, ਰਾਜਨ, ਉਹ ਗੀਤ ਗੋਬਿੰਦ ਤਾਂ ਇਹ ਹੈ ਅਤੇ ਇਹ ਦੂਜੀ ਪੁਸਤਕ ਕਿਸਨੇ ਬਣਾਈ ਹੈ? ਸਾਡੀ ਬੁੱਧ ਵਿੱਚ ਵੱਡਾ ਹੀ ਭਰਮ ਹੋ ਰਿਹਾ ਹੈ। ਅੰਤ ਨੂੰ ਜਗਤਾਧਾਰ ਜਗਨਨਾਥ ਸਵਾਮੀ ਪਾਸੋਂ ਫੈਸਲਾ ਕਰਾਉਣ ਲਈ ਉਹ ਦੋਵੇਂ ਪੁਸਤਕਾਂ ਮੰਦਰ ਦੇ ਅੰਦਰ ਰੱਖ ਦਿੱਤੀਆਂ ਗਈਆਂ ਅਤੇ ਸਭਨਾਂ ਨੂੰ ਮੰਦਰ ਤੋਂ ਬਾਹਰ ਕਰ ਦਿੱਤਾ ਗਿਆ। ਸਾਰੇ ਹਰ ਭਗਤਾਂ ਨੇ ਮਿਲ ਕੇ ਭਗਵਾਨ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਜਿਸ ਪੁਸਤਕ ਨੂੰ ਆਪ ਨੇ ਅੱਗੇ ਨਵਾਜਿਆ ਹੈ, ਹੁਣ ਇਹਨਾਂ ਦੋਹਾਂ ਵਿੱਚੋਂ ਜਿਸ ਨੂੰ ਮਾਣ ਬਖਸ਼ੋਗੇ, ਅਸੀਂ ਉਸੇ ਨੂੰ ਸੱਚੀ ਸਮਝ ਕੇ ਉਸ ਦਾ ਪ੍ਰਚਾਰ ਕਰਾਂਗੇ। ਆਪਣੇ ਭਗਤਾਂ ਦੀ ਬੇਨਤੀ ਸੁਣ ਕੇ ਭਗਵਾਨ ਨੇ ਰਾਜੇ ਦੀ ਪੋਥੀ ਚੁੱਕ ਕੇ ਮੰਦਰ ਤੋਂ ਬਾਹਰ ਸੁੱਟ ਦਿੱਤੀ ਅਤੇ ਭਗਤ ਜੈਦੇਵ ਜੀ ਵਾਲੀ ਨੂੰ ਆਪਣੇ ਗਲ ਨਾਲ ਇਸ ਤਰ੍ਹਾਂ ਲਾ ਲਿਆ ਜਿਵੇਂ ਗਲ ਵਿੱਚ ਹਾਰ ਪਾਇਆ ਹੁੰਦਾ ਹੈ, ਅਥਵਾ ਜੈਦੇਵ ਜੀ ਵਾਲੀ ਪੁਸਤਕ ਨੂੰ ਆਪਣੇ ਗਲੇ ਦਾ ਹਾਰ ਲਪੇਟ ਕੇ ਸਾਰਿਆਂ ਵਿੱਚ ਜ਼ਾਹਰ ਕਰ ਦਿੱਤਾ ਕਿ ਮੈਨੂੰ ਇਹ ਹੀ ਪੁਸਤਕ ਪਿਆਰੀ ਹੈ ਅਤੇ ਇਹੋ ਹੀ ਸੱਚੀ ਪੁਸਤਕ ਹੈ। ਜਦ ਇਸ ਤਰ੍ਹਾਂ ਰਾਜੇ ਦਾ ਪੁਸਤਕ ਮੰਦਰ ਤੋਂ ਬਾਹਰ ਆ ਪਿਆ ਤਾਂ ਰਾਜੇ ਨੂੰ ਵੱਡੀ ਚਿੰਤਾ ਹੋਈ ਅਤੇ ਉਹ ਬੇਇੱਜ਼ਤੀ ਦਾ ਮਾਰਿਆ ਵੱਡਾ ਹੀ ਦੁਖੀ ਹੋ ਕੇ ਕਹਿਣ ਲੱਗਾ, ਇਸ ਬੇਪਤੀ ਦੇ ਜੀਵਨ ਨਾਲੋਂ ਮਰਨਾ ਸ਼੍ਰੇਸ਼ਟ ਹੈ। ਇਸ ਬੇਇੱਜ਼ਤੀ ਦੇ ਜੀਵਨ ਨਾਲੋਂ ਮਰਨਾ ਸ਼੍ਰੇਸ਼ਟ ਹੈ। ਇਸ ਲਈ ਉਹ ਸਮੁੰਦਰ ਵਿੱਚ ਡੁੱਬ ਕੇ ਮਰਨ ਵਾਸਤੇ ਉੱਠ ਤੁਰਿਆ ਅਤੇ ਜਾਂਦਾ ਜਾਂਦਾ ਮਨ ਵਿੱਚ ਸੋਚਦਾ ਹੈ, ਜੋ ਕੁਝ ਜੈਦੇਵ ਨੇ ਗੀਤ ਗੋਬਿੰਦ ਵਿੱਚ ਕਥਨ ਕੀਤਾ ਹੈ, ਉਹੀ ਮੈਂ ਕਥਨ ਕੀਤਾ ਹੈ। ਫਿਰ ਪ੍ਰਭੂ ਨੇ ਉਸ ਦੀ ਪੁਸਤਕ ਨੂੰ ਗਲ ਨਾਲ ਲਾ ਲਿਆ ਅਤੇ ਮੇਰੀ ਪੁਸਤਕ ਨੂੰ ਬਾਹਰ ਸੁੱਟ ਕੇ ਮੇਰੀ ਬੜੀ ਭਾਰੀ ਬੇਇੱਜ਼ਤੀ ਕੀਤੀ ਹੈ। ਇਹ ਗੱਲ ਕਿਵੇਂ ਬਰਦਾਸ਼ਤ ਕੀਤੀ ਜਾ ਸਕਦੀ ਹੈ? ਇਸ ਕਰਕੇ ਰਾਜੇ ਦੇ ਤਨ ਬਦਨ ਨੂੰ ਗਮਾਂ ਦੀ ਅੱਗ ਲੱਗੀ ਹੋਈ ਹੈ। ਉਸ ਅੱਗ ਤੋਂ ਸ਼ਾਂਤ ਪਾਉਣ ਦਾ ਉਸ ਨੂੰ ਇੱਕੋ ਉਪਾਅ ਇਹੋ ਸੁੱਝ ਰਿਹਾ ਹੈ ਕਿ ਡੁੱਬ ਕੇ ਮਰ ਜਾਵਾਂ, ਤਾਂ ਹੀ ਮੈਨੂੰ ਠੰਡ ਪੈ ਸਕਦੀ ਹੈ, ਨਹੀਂ ਤਾਂ ਹੋਰ ਕਿਸੇ ਤਰ੍ਹਾਂ ਵੀ ਇਹ ਜਲਨ ਨਹੀਂ ਮਿਟੇਗੀ। ਤਾਂ ਪ੍ਰਭੂ ਨੇ ਪ੍ਰਗਟ ਹੋ ਕੇ ਕਿਹਾ, ਰਾਜਨ, ਤੂੰ ਸਮੁੰਦਰ ਵਿੱਚ ਨਾ ਡੁੱਬ, ਜੈਦੇਵ ਦੀ ਪੁਸਤਕ ਵਰਗਾ ਹੋਰ ਕੋਈ ਗ੍ਰੰਥ ਹੈ ਹੀ ਨਹੀਂ। ਤੂੰ ਐਵੇਂ ਕ੍ਰੋਧ ਵਿੱਚ ਆ ਕੇ ਸਰੀਰ ਨਾਸ ਕਰਨ ਲੱਗਾ ਹੈ। ਜਾਂ ਤੂੰ ਆਪਣੇ ਪੁਸਤਕ ਦੇ 12 ਸ਼ਲੋਕ ਜੈਦੇਵ ਦੀ ਪੁਸਤਕ ਦੇ 12ਵੇਂ ਅਧਿਆਏ ਵਿੱਚ ਲਿਖ ਦਿਓ, ਇਸ ਤਰ੍ਹਾਂ ਉਸ ਦੇ ਪੁਸਤਕ ਨਾਲ ਤੇਰੇ ਬਣਾਏ ਸ਼ਲੋਕਾਂ ਦਾ ਵੀ ਪ੍ਰਚਾਰ ਹੋ ਜਾਏਗਾ। ਭਗਵਾਨ ਦੀ ਇਸ ਆਗਿਆ ਨੂੰ ਸੁਣ ਕੇ ਰਾਜੇ ਨੇ ਮਰਨਾ ਛੱਡਿਆ ਅਤੇ ਭਗਵਾਨ ਦੇ ਦਰਸ਼ਨ ਦਾ ਲਾਭ ਲੈ ਕੇ ਜੀਵਨ ਨੂੰ ਸਫਲਾ ਕਰ ਲਿਆ। ਜੈਦੇਵ ਜੀ ਦੇ ਪੁਸਤਕ ਦੇ 12ਵੇਂ ਅਧਿਆਏ ਵਿੱਚ ਆਪਣੇ ਬਣਾਏ ਹੋਏ 12 ਸ਼ਲੋਕ ਲਿਖ ਕੇ ਬਾਕੀ ਦਾ ਪੁਸਤਕ ਸਮੁੰਦਰ ਦੀ ਭੇਟ ਕਰ ਦਿੱਤਾ। ਇਸ ਤਰ੍ਹਾਂ ਜੈਦੇਵ ਜੀ ਦੇ ਪੁਸਤਕ ਨਾਲ ਉਸ ਦੇ ਸ਼ਲੋਕਾਂ ਦਾ ਪ੍ਰਚਾਰ ਹੋਇਆ। ਇੱਕ ਦਿਨ ਮਾਲੀ ਦੀ ਲੜਕੀ ਬੈਂਗਨਾਂ ਦੀ ਖੇਤੀ ਵਿੱਚ ਬੈਂਗਣ ਤੋੜਦੀ ਹੋਈ ਗੀਤ ਗੋਬਿੰਦ ਦੇ 5ਵੇਂ ਸਰਗ ਦੀ ਬਨਮਾਲੀ ਨਾਮ ਦੀ ਕਥਾ ਦਾ ਪਦ ਗਾਉਂਦੀ ਸੀ। ਨ ਕਰੂ ਨਿਤੰਭਨ ਗਮਨ ਬਿਲੰਬਨ ਮਨ ਸੁਰਤੰ ਹਿਰਦੇ ਸ਼ਯਮ ਤੀਰ ਸਮੀਰੇ ਯਮੁਨਾ ਤੀਰੇ ਬਸਤ ਬਨੇ ਬਨਮਾਲੀ। ਅਰਥਾਤ ਦੂਤੀ ਰਾਧਿਕਾ ਨੂੰ ਕਹਿੰਦੀ ਹੈ, ਹੇ ਨਿੰਤ ਬਨੀ, ਹੁਣ ਜਾਣ ਵਿੱਚ ਦੇਰੀ ਨਾ ਕਰ, ਉਸ ਦੇ ਮਾਲਕ ਦੇ ਕੋਲ ਚੱਲ ਜੋ ਬਨਮਾਲੀ ਜਮੁਨਾ ਦੇ ਕੰਢੇ ਉੱਤੇ ਤੀਰ ਸਮੀਰ ਕੁੰਜ ਵਿੱਚ ਵਸਦਾ ਹੈ। ਇਸ ਉੱਪਰਲੇ ਪਦ ਨੂੰ ਮਾਲੀ ਪੁੱਤਰੀ ਅਜਿਹੀ ਪ੍ਰੇਮ ਭਰੀ ਸੁਰ ਵਿੱਚ ਗਾਉਂਦੀ ਸੀ ਜਿਸ ਨੂੰ ਸੁਣਨ ਵਾਸਤੇ
ਜਗਨਨਾਥ ਸਵਾਮੀ ਉਸਦੇ ਮਗਰ ਮਗਰ ਫਿਰਦੇ ਰਹਿੰਦੇ ਸਨ ਅਤੇ ਜਿੱਥੇ ਉਹ ਲੜਕੀ ਇਸ ਗੀਤ ਨੂੰ ਗਾਉਂਦੀ ਗਾਉਂਦੀ ਜਦ ਵਿਰਾਮ 'ਤੇ ਪੁੱਜਦੀ ਤਾਂ ਉਸਦੀ ਸੁਰ ਤਾਰ ਅਤੇ ਲਏ ਦੀ ਸ਼ੁੱਧਤਾ ਵੇਖ ਕੇ ਭਗਵਾਨ ਦੇ ਮੂੰਹੋਂ ਬੇਵਸਾ ਹੀ ਠੀਕ ਹੈ ਨਿਕਲ ਜਾਂਦਾ। ਇਉਂ ਉਸਦੇ ਮਗਰ ਫਿਰਦਿਆਂ ਫਿਰਦਿਆਂ ਬਤਊਆਂ ਦੇ ਕੰਢਿਆਂ ਨਾਲ ਕਈ ਜਗ੍ਹਾ ਤੋਂ ਪੁਰਖੋਤਮ ਭਗਵਾਨ ਦੇ ਸਰੀਰ 'ਤੇ ਕਈ ਝਰੀਟਾਂ ਆਈਆਂ ਅਤੇ ਸਰੀਰ 'ਤੇ ਪਹਿਨੇ ਹੋਏ ਕੱਪੜੇ ਕੰਢਿਆਂ ਨਾਲ ਆੜ ਕੇ ਲੀਰਾਂ ਹੋ ਗਏ। ਜਦ ਉਹ ਲੜਕੀ ਬਤਊਆਂ ਨੂੰ ਤੋੜ ਕੇ ਘਰ ਲੈ ਗਈ ਤਾਂ ਭਗਵਾਨ ਜੀ ਵੀ ਨਿਜ ਮੰਦਰ ਵਿੱਚ ਆਣ ਬਿਰਾਜ ਗਏ। ਕੁਦਰਤ ਨਾਲ ਉਸੇ ਵੇਲੇ ਹੀ ਪੂਰੀ ਦਾ ਰਾਜਾ ਦਰਸ਼ਨ ਕਰਨ ਲਈ ਮੰਦਰ ਦੇ ਅੰਦਰ ਆ ਗਿਆ ਅਤੇ ਭਗਵਾਨ ਦੇ ਕੱਪੜੇ ਪਾਟੇ ਹੋਏ ਵੇਖ ਕੇ ਪੰਡਤਾਂ ਨੂੰ ਪੁੱਛਣ ਲੱਗਾ, ਕੀ ਕਾਰਨ ਹੈ? ਪ੍ਰਭੂ ਦੀ ਪੁਸ਼ਾਕੀ ਲੀਰਾਂ ਲੀਰਾਂ ਹੋਈ ਹੈ। ਪੰਡਿਆਂ ਨੇ ਇਸ ਦਾ ਉੱਤਰ ਦਿੱਤਾ, ਸਾਨੂੰ ਕੁਝ ਪਤਾ ਨਹੀਂ ਕਿ ਲੀਰਾਂ ਲੀਰਾਂ ਕਿਉਂ ਹੋ ਗਈ ਹੈ, ਪਰ ਇਹ ਅਸੀਂ ਸੱਚ ਕਹਿੰਦੇ ਹਾਂ, ਸਵੇਰੇ ਪੋਸ਼ਾਕ ਸਾਬਤ ਹੀ ਸੀ। ਹੁਣੇ ਹੀ ਲੀਰਾਂ ਹੋ ਗਈ ਹੈ। ਇਸ ਦੇ ਕਾਰਨ ਨੂੰ ਅਸੀਂ ਨਹੀਂ ਜਾਣਦੇ। ਪੰਡਤਾਂ ਪਾਸੋਂ ਇਹ ਸੁਣ ਕੇ ਰਾਜੇ ਨੂੰ ਬੜੀ ਪਚੀਤੀ ਲੱਗ ਗਈ। ਉਹ ਸੋਚ ਸਾਗਰ ਵਿੱਚ ਗੋਤੇ ਖਾਣ ਲੱਗਾ ਤਾਂ ਪ੍ਰਭੂ ਨੇ ਉਸੇ ਵੇਲੇ ਰਾਜੇ ਨੂੰ ਇਹ ਗੱਲ ਜਣਾ ਦਿੱਤੀ ਕਿ ਫਲਾਣੇ ਮਾਲੀ ਦੀ ਪੁੱਤਰੀ ਬੈਂਗਣ ਤੋੜਦੀ ਹੋਈ ਗੀਤ ਗੋਬਿੰਦ ਦਾ ਗੀਤ ਗਾਉਂਦੀ ਸੀ। ਉਸ ਦੀ ਪ੍ਰੇਮ ਵਸ ਹੋ ਕੇ ਮੈਂ ਉਸਦੇ ਪਿੱਛੇ ਪਿੱਛੇ ਫਿਰਦਾ ਹੋਇਆ ਗੀਤ ਨੂੰ ਸੁਣਦਾ ਸਾਂ, ਕਿਉਂਕਿ ਉਸ ਦਾ ਗਾਉਣਾ ਮੈਨੂੰ ਬਹੁਤ ਭਾਉਂਦਾ ਹੈ। ਉਸ ਵੇਲੇ ਬਤਊਆਂ ਦੇ ਕੰਢਿਆਂ ਨਾਲ ਆੜ ਕੇ ਮੇਰੀ ਪੁਸ਼ਾਕ ਪਾਟ ਗਈ ਹੈ। ਇਸ ਵਿੱਚ ਵਿਚਾਰੇ ਪਾਂਡਿਆਂ ਦਾ ਕੋਈ ਕਸੂਰ ਨਹੀਂ। ਭਗਵਾਨ ਦੀ ਇਹ ਸੂਚਨਾ ਪਾ ਕੇ ਰਾਜੇ ਨੇ ਉਸੇ ਵੇਲੇ ਪਾਲਕੀ ਭੇਜ ਕੇ ਉਸ ਮਾਲੀ ਦੀ ਪੁੱਤਰੀ ਨੂੰ ਮੰਦਰ ਵਿੱਚ ਬੁਲਵਾ ਕੇ ਆਗਿਆ ਦਿੱਤੀ, ਪੁੱਤਰੀ, ਉਹੀ ਗੀਤ ਜੋ ਤੂੰ ਬਤਊਆਂ ਦੇ ਖੇਤ ਵਿੱਚ ਗਾਉਂਦੀ ਸੀ, ਇੱਥੇ ਭਗਵਾਨ ਜੀ ਦੇ ਸਨਮੁਖ ਗਾਓ। ਰਾਜੇ ਦੀ ਆਗਿਆ ਨੂੰ ਮੰਨ ਕੇ ਉਸ ਲੜਕੀ ਨੇ ਫਿਰ ਨ੍ਰਿਤ ਕਰਦਿਆਂ ਹੋਇਆਂ ਉਸ ਪਦ ਨੂੰ ਗਾਓ ਸੁਣਾ ਕੇ ਭਗਵਾਨ ਨੂੰ ਪ੍ਰਸੰਨ ਕੀਤਾ ਅਤੇ ਪੁਰਖੋਤਮ ਸਵਾਮੀ ਵੀ ਜਿਉਂ-ਜਿਉਂ ਇਸ ਗੀਤ ਨੂੰ ਸੁਣਦੇ ਤਿਉਂ-ਤਿਉਂ ਰਾਧਿਕਾ ਦੀ ਬਿਰਹਾ ਅਗਨੀ ਦੀ ਸੁੱਧ ਕਰ ਝੂਮਦੇ ਅਤੇ ਠੀਕ ਹੈ, ਵਾਹ ਵਾਹ ਆਦਿਕ ਸ਼ਬਦ ਕਹਿ ਕੇ ਮਾਲੀ ਪੁੱਤਰੀ ਦੀ ਵਡਿਆਈ ਕਰੀ ਜਾਂਦੇ। ਸਾਧ ਸੰਗਤ ਜੀ, ਇਹ ਭਗਤ ਜੈਦੇਵ ਦੀ ਕਥਾ ਅੱਗੇ ਵੀ ਕੰਟੀਨਿਊ ਰਹੇਗੀ ਅਤੇ ਸਾਰੇ ਹੀ ਆਖ ਲਈਏ, ਧੰਨ ਧੰਨ ਭਗਤ ਜੈਦੇਵ ਜੀ, ਧੰਨ ਸਤਿਗੁਰੂ ਜਗਜੀਤ ਸਿੰਘ ਜੀ।